ਇਹ 15 ਨੰਬਰ ਪੌੜੀ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੱਲੋਂ ਉਚਾਰਨ ਕੀਤੀ ਹੋਈ ਹੈ। ਪਾਵਨ ਪੌੜੀ ਦੇ ਕੇਂਦਰੀ ਭਾਵ ਦੇ ਵਿੱਚ ਪਾਤਸ਼ਾਹ ਜੀ ਨੇ ਫਰਮਾਇਆ ਹੈ ਤਾਂ ਦਰਗਾਹ ਪੈਂਦਾ ਜਾਏ ਸੀ। ਇਸ ਗੱਲ ਨੂੰ ਸੀ ਪਿੱਛੇ ਵੀ ਆਸਾ ਕੀ ਵਾਰ ਪਾਵਨ ਬਾਣੀ ਜਦੋਂ ਅਸੀਂ ਵਿਚਾਰ ਕਰਦੇ ਆਏ ਹਾਂ ਉੱਥੇ ਵੀ ਸਮਝਣ ਦਾ ਯਤਨ ਕੀਤਾ ਸੀ ਕਿ ਦਰਗਾਹ ਕੋਈ ਉੱਪਰ ਨਹੀਂ ਹੈ, ਦਰਗਾਹ ਸਾਡੇ ਅੰਦਰ ਹੈ। ਦਰਗਾਹ ਬਾਰੇ ਸਾਡੇ ਵਿੱਚ ਕਈ ਭਰਮ ਭੁਲੇਖੇ ਪਾਏ ਗਏ, ਪਰ ਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਰਾਹੀਂ ਇਹਨਾਂ ਗੱਲਾਂ ਨੂੰ ਕਲੀਅਰ ਕਰਕੇ ਸਾਡੇ ਸਾਹਮਣੇ ਰੱਖਿਆ ਹੈ। ਹੁਣ ਦਰਗਾਹ ਕੋਈ ਮਰਨ ਤੋਂ ਬਾਅਦ ਨਹੀਂ ਹੈ ਜਾਂ ਕੋਈ ਉੱਪਰ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਰਮਾਇਆ ਤਾਂ ਦਰਗਾਹ ਪੈਂਦਾ ਜਾਏ ਸੀ। ਪਾਤਸ਼ਾਹ ਜੀ ਕਹਿੰਦੇ ਹੀ ਮਨੁੱਖ ਜਦ ਤੂੰ ਆਪਣੇ ਅੰਦਰ ਝਾਤੀ ਮਾਰੇਗਾ, ਜਦ ਤੂੰ ਆਪਣੇ ਅੰਦਰ ਜਾਏਗਾ, ਜੇ ਤੇਰੇ ਅੰਦਰ ਇਹ ਭਾਵਨਾ ਹੈ ਕਿ ਮੈਨੂੰ ਮਾਨ ਸਤਿਕਾਰ ਇੱਜ਼ਤ ਵਡਿਆਈ ਪ੍ਰਾਪਤ ਹੋਵੇ ਆਪਣੇ ਅੰਦਰੋਂ, ਤਾਂ ਉਸ ਦੇ ਲਈ ਤੈਨੂੰ ਇੱਕ ਕੰਮ ਕਰਨਾ ਪਵੇਗਾ, ਗੁਰੂ ਦੀ ਗੱਲ ਨੂੰ ਮੰਨਣਾ ਪਵੇਗਾ, ਗੁਰੂ ਦੇ ਅਨੁਸਾਰੀ ਹੋ ਕੇ ਜੀਵਨ ਬਤੀਤ ਕਰਨਾ ਪਵੇਗਾ। ਹੁਣ ਦੇਖੋ ਇਹ ਗੱਲ ਸਮਝਣ ਵਾਲੀ ਹੈ ਕਿ ਇੱਥੇ ਬੰਦੇ ਨੂੰ ਵਡਿਆਈ ਪ੍ਰਾਪਤ ਹੋਣੀ ਹੈ ਤੇ ਇੱਥੇ ਬੇਇੱਜ਼ਤੀ। ਹੁਣ ਬੰਦੇ ਤੇ ਡਿਪੈਂਡ ਕਰਦਾ ਹੈ ਇਸ ਨੇ ਸਤਿਕਾਰ ਮਾਨ ਵਡਿਆਈ ਪ੍ਰਾਪਤ ਕਰਨੀ ਹੈ ਜਾਂ ਇਸ ਨੇ ਬੇਇੱਜ਼ਤੀ ਕਰਵਾਉਣੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤਾਂ ਦਰਗਾਹ ਪੈਂਦਾ ਜਾਏ ਸੀ। ਜਦ ਤੂੰ ਆਪਣੇ ਅੰਦਰ ਜਾਏਗਾ, ਜੇਕਰ ਗੁਰੂ ਦੀ ਗੱਲ ਨੂੰ ਮੰਨਦਾ ਹੈ ਤਾਂ ਅੰਦਰੋਂ ਮਾਨ ਸਤਿਕਾਰ ਵਡਿਆਈ ਪ੍ਰਾਪਤ ਹੋਵੇਗੀ। ਭਾਵ ਤੇਰਾ ਜੀਵਨ ਅੰਦਰੋਂ ਚੜ੍ਹਦੀ ਕਲਾ ਵਾਲਾ ਬਣਿਆ ਹੋਵੇਗਾ। ਚੜ੍ਹਦੀ ਕਲਾ ਵਾਲਾ ਜੀਵਨ ਜਦੋਂ ਬਣ ਗਿਆ, ਇਹ ਹੈ ਅੰਦਰੋਂ ਮਾਨ ਸਤਿਕਾਰ ਇੱਜ਼ਤ ਪ੍ਰਾਪਤ ਹੋਣੀ। ਪਰ ਜੇਕਰ ਬੰਦੇ ਨੇ ਆਪਣੇ ਜੀਵਨ ਦੇ ਵਿੱਚ ਗੁਰੂ ਦੀ ਗੱਲ ਨੂੰ ਮੰਨਿਆ ਹੀ ਨਹੀਂ, ਔਗੁਣਾਂ ਨੂੰ ਜੀਵਨ ਦੇ ਵਿੱਚ ਕਮਾਇਆ ਹੈ, ਤਾਂ ਪਿੱਛੇ ਸਮਝ ਕੇ ਆਇਆ ਕਰ ਔਗਣ ਪਛਤਾਵਨ, ਤਾਂ ਜੀਵਨ ਦੇ ਵਿੱਚ ਪਰੇਸ਼ਾਨੀਆਂ ਹੀ ਨਹੀਂ, ਝੂਰੇ ਨੇ। ਸਰੀਰਕ ਤੌਰ 'ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਆਤਮਿਕ ਤੌਰ 'ਤੇ ਤਾਂ ਬੰਦਾ ਕਰਦਾ ਹੀ ਕਰਦਾ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਤਾਂ ਦਰਗਾਹ ਪੈਂਦਾ ਜਾਏ ਸੀ। ਅਤੇ ਇਸ ਤੋਂ ਪਹਿਲੜੀ ਪੰਕਤੀ ਹੈ ਜਿਹੜੀ ਉੱਥੇ ਪਾਤਸ਼ਾਹ ਜੀ ਨੇ ਆਖਿਆ ਖਸਮ ਮੈਂ ਭਾਵੈ ਸੋ ਕਰੇ, ਮਨੋਂ ਚਿੰਦਿਆ ਸੋ ਫਲ ਪਾਈ ਸੀ। ਜਦੋਂ ਮਨੁੱਖ ਖਸਮ ਨੂੰ ਭਾਉਂਦੇ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ ਜਿਹੜੇ ਅਕਾਲ ਪੁਰਖ ਨੂੰ ਚੰਗੇ ਲੱਗਦੇ ਨੇ, ਤਾਂ ਉਸ ਨੂੰ ਮਨ ਚਿੰਦੇ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਹ ਸੁਰਖਰੂ ਹੋ ਜਾਂਦਾ ਹੈ, ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਹੁਣ ਜਦੋਂ ਅਸੀਂ ਦਰਗਾਹ ਬਾਰੇ ਗੁਰਬਾਣੀ ਦੇ ਵਿੱਚੋਂ ਪੜ੍ਹਦੇ ਹਾਂ ਤਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਜਦੋਂ ਦਰਪਣ ਲਿਖੇ ਨੇ ਨਾ, ਤਾਂ ਜਿਹੜੇ ਆਪ ਗੁਰਬਾਣੀ ਪੜ੍ਹਦੇ ਨੇ, ਜਿਨ੍ਹਾਂ ਨੇ ਘਰਾਂ ਦੇ ਵਿੱਚ ਵੀ ਦਰਪਣ ਰੱਖੇ ਹੋਏ ਨੇ, ਤਾਂ ਉੱਥੇ ਜਿਹੜਾ ਇੱਕ ਸ਼ਬਦ ਆਉਂਦਾ ਹੈ ਗੁਰਬਾਣੀ ਦੇ ਵਿੱਚ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ, ਉਸ ਪਾਵਨ ਸ਼ਬਦ ਦੇ ਅਖੀਰ ਦੇ ਵਿੱਚ ਇਹ ਪੰਕਤੀਆਂ ਉੱਥੇ ਦਰਜ ਕੀਤੀਆਂ ਹਨ। ਸਤਿਗੁਰ ਪੂਜੋ ਸਦਾ ਸਦਾ ਮਨਾਵੋ, ਐਸੀ ਸੇਵ ਦਰਗਾਹ ਸੁਖ ਪਾਵੋ, ਉੱਥੇ ਲੱਭ ਜਾਇਆ ਦਰਗਾਹ। ਉੱਥੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇੱਕ ਫੁੱਟ ਨੋਟ ਦਿੱਤਾ ਹੈ ਦਰਗਾਹ ਲਫ਼ਜ਼ ਦੇ ਨਾਲ। ਵਾਰ-ਵਾਰ ਗੁਰਬਾਣੀ ਦੇ ਵਿੱਚ ਜਦੋਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੋਟ ਲਿਖੇ, ਫੁੱਟ ਨੋਟ ਲਿਖੇ ਨੇ, ਜਾਂ ਜਨਮ ਮਰਨ ਦੀ ਗੱਲ ਆਈ ਜਾਂ ਦਰਗਾਹ ਦੀ ਗੱਲ ਆਈ, ਇਹੋ ਜਿਹੇ ਅਨੇਕਾਂ ਭਰਮ ਭੁਲੇਖੇ ਜਿਹੜੇ ਸਾਡੇ ਵਿੱਚ ਪਾਏ ਗਏ, ਉਹਨਾਂ ਨੂੰ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਫੁੱਟ ਨੋਟ ਦੇ ਕੇ ਕਲੀਅਰ ਕੀਤਾ, ਸਾਡੇ ਭੁਲੇਖਿਆਂ ਨੂੰ ਦੂਰ ਕੀਤਾ। ਬੜੀ ਸਟੱਡੀ ਬੜੀ ਮਿਹਨਤ ਕੀਤੀ ਉਹਨਾਂ ਨੇ। ਹੁਣ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਉੱਥੇ ਜਦੋਂ ਫੁੱਟ ਨੋਟ ਦਿੱਤਾ ਹੈ ਨਾ, ਉੱਥੇ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਹਨ ਉਹ ਅਵਸਥਾ ਜਿਸ ਅਵਸਥਾ ਵਿੱਚ ਅਸੀਂ ਗੁਰੂ ਨਾਲ ਜੁੜਦੇ ਹਾਂ। ਜਦੋਂ ਅਸੀਂ ਗੁਰੂ ਦੇ ਨਾਲ ਜੁੜਦੇ ਹਾਂ, ਸੱਚ ਦੇ ਨਾਲ ਜੁੜਦੇ ਹਾਂ, ਉਸ ਅਵਸਥਾ ਨੂੰ ਦਰਗਾਹ ਕਿਹਾ ਗਿਆ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਉੱਥੇ ਲਿਖਿਆ ਹੈ ਫੁੱਟ ਨੋਟ ਦੇ ਵਿੱਚ, ਜਿਸ ਅਵਸਥਾ ਦੇ ਵਿੱਚ ਅਸੀਂ ਗੁਰੂ ਦੇ ਨਾਲ ਜੁੜਦੇ ਹਾਂ ਉਸ ਨੂੰ ਦਰਗਾਹ ਕਿਹਾ ਗਿਆ ਹੈ। ਕਿਉਂਕਿ ਅਸੀਂ ਗੁਰਬਾਣੀ ਦੇ ਬੋਲ ਪੜ੍ਹਦੇ ਹਾਂ, ਸੱਚ ਸਭਨਾ ਕਾ ਖਸਮ ਹੈ, ਸੱਚ ਹੈ ਜਿਹੜਾ ਉਹ ਸਾਡਾ ਖਸਮ ਹੈ। ਜਦੋਂ ਅਸੀਂ ਗੁਰੂ ਦੇ ਨਾਲ ਜੁੜਦੇ ਹਾਂ ਅਤੇ ਉਸ ਅਵਸਥਾ ਨੂੰ ਦਰਗਾਹ ਕਿਹਾ ਗਿਆ ਹੈ ਜਿੱਥੇ ਸਾਨੂੰ ਸੱਚ ਦੀ ਪ੍ਰਾਪਤੀ ਹੁੰਦੀ ਹੈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਤਾਂ ਦਰਗਾਹ ਪੈਂਦਾ ਜਾਏ ਸੀ। ਜਦੋਂ ਅਸੀਂ ਸੱਚ ਦੇ ਨਾਲ ਜੁੜ ਜਾਵਾਂਗੇ, ਅਸੀਂ ਗੁਰੂ ਦੇ ਨਾਲ ਇੱਕਮਿਕ ਹੋ ਜਾਵਾਂਗੇ, ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਤੁਹਾਨੂੰ ਮਾਣ ਸਤਿਕਾਰ ਇੱਜ਼ਤ ਪ੍ਰਾਪਤ ਹੋਵੇਗਾ। ਜਦੋਂ ਤੁਸੀਂ ਸੱਚ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰੋਗੇ ਤਾਂ ਦਰਗਾਹ ਪੈਂਦਾ ਜਾਏ ਸੀ।
ਜਦੋਂ ਅਸੀਂ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਕਮਾ ਲਵਾਂਗੇ, ਅਸੀਂ ਗੁਰੂ ਦੇ ਨਾਲ ਇਕਮਿਕ ਹੋ ਜਾਵਾਂਗੇ। ਜਦੋਂ ਗੁਰੂ ਸਾਡੇ ਜੀਵਨ ਦੇ ਵਿੱਚ ਵਰਤੇਗਾ, ਇਸ ਅਵਸਥਾ ਨੂੰ ਦਰਗਾਹ ਕਿਹਾ ਗਿਆ ਹੈ। ਕੋਈ ਦਰਗਾਹ ਉੱਪਰ ਨਹੀਂ ਹੈ, ਉਹ ਸਾਡੇ ਅੰਦਰ ਹੀ ਹੈ। ਚੜ੍ਹਦੀ ਕਲਾ ਜੀਵਨ ਦੇ ਵਿੱਚ ਆ ਜਾਣੀ। ਤੇ ਇਸ ਨੂੰ ਹੀ ਪਾਤਸ਼ਾਹ ਜੀ ਨੇ ਆਖਿਆ ਕਿ ਇੱਜ਼ਤ ਮਾਨ ਵਡਿਆਈ ਤੈਨੂੰ ਆਪਣੇ ਅੰਦਰੋਂ ਪ੍ਰਾਪਤ ਹੋ ਰਹੀ ਹੈ। ਪਰ ਜਿਹੜਾ ਆਪਣੇ ਅੰਦਰ ਗੁਣਾਂ ਨੂੰ ਧਾਰਨ ਨਹੀਂ ਕਰਦਾ, ਉਸ ਨੂੰ ਇਹ ਮਾਨ ਸਤਿਕਾਰ ਇੱਜ਼ਤ ਪ੍ਰਾਪਤ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬੋਲ ਪੜ੍ਹਦੇ ਹਨ, ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਹੁਣ ਪਹਿਲੀ ਪੰਕਤੀ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਰਮਾਇਆ, ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਈ ਸੀ। ਉਸੀ ਕੇਂਦਰੀ ਭਾਵ ਤਾਂ ਦਰਗਾਹ ਪੈਂਦਾ ਜਾਏ ਸੀ। ਜੇਕਰ ਗੁਰੂ ਦੇ ਅਨੁਸਾਰ ਹੀ ਹੋ ਕੇ ਹਰੇਕ ਕੰਮ ਕਰਾਂਗੇ ਤਾਂ ਸਾਨੂੰ ਸਾਡੇ ਅੰਦਰੋਂ ਮਾਨ ਸਤਿਕਾਰ ਇੱਜ਼ਤ ਵਡਿਆਈ ਪ੍ਰਾਪਤ ਹੋਵੇਗੀ। ਸੌਖੇ ਲਫ਼ਜ਼ਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ, ਸਾਨੂੰ ਆਪਣੇ ਅੰਦਰੋਂ ਹੀ ਮਾਨ ਸਤਿਕਾਰ ਵਡਿਆਈ ਪ੍ਰਾਪਤ ਹੋਣੀ ਹੈ ਜਦੋਂ ਅਸੀਂ ਗੁਰੂ ਦੇ ਨਾਲ ਜੁੜ ਜਾਵਾਂਗੇ, ਜਦੋਂ ਗੁਰੂ ਸਾਡੇ ਜੀਵਨ ਦੇ ਵਿੱਚ ਵਰਤੇਗਾ। ਹੁਣ ਪਹਿਲੀ ਪੰਕਤੀ ਦੇ ਵਿੱਚ ਪਾਤਸ਼ਾਹ ਜੀ ਨੇ ਫਰਮਾਇਆ, ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈਕਾਰ ਕਰਾਏ ਸੀ। ਜਦੋਂ ਸਾਹਿਬ ਦਇਆਲ ਹੋ ਜਾਵੇ, ਕਿਰਪਾ ਕਰੇ ਤਾਂ ਸਾਈਕਾਰ ਕਰਾਏ ਸੀ। ਹੁਣ ਰੱਬ ਜੀ, ਅਕਾਲ ਪੁਰਖ ਜੀ, ਪਰਮਾਤਮਾ ਜੀ ਹਮੇਸ਼ਾ ਹੀ ਦਇਆ ਦੇ ਘਰ ਦੇ ਵਿੱਚ ਰਹਿੰਦੇ ਨੇ। ਉਹਨਾਂ ਦੀ ਕਿਰਪਾ ਵੀ ਸਭਨਾਂ ਉੱਤੇ ਹੈ। ਇਸ ਗੱਲ ਨੂੰ ਅਸੀਂ ਭਲੀ ਭਾਂਤ ਪਿੱਛੇ ਵੀ ਸਮਝ ਕੇ ਆਏ ਹਾਂ। ਅਕਾਲ ਪੁਰਖ ਜੀ ਦੀ, ਰੱਬ ਜੀ ਦੀ, ਗੁਰੂ ਜੀ ਦੀ ਕਿਰਪਾ ਸਾਰਿਆਂ ਤੇ ਹੈ। ਪਰ ਤੀਜੇ ਨੰਬਰ ਤੇ ਜਿਹੜੀ ਕਿਰਪਾ ਹੈ ਉਹ ਸਵੈ ਕਿਰਪਾ। ਬੰਦਾ ਇਹ ਕਿਰਪਾ ਆਪਣੇ ਤੇ ਕਰਵਾਉਣੀ ਚਾਹੁੰਦਾ ਹੈ ਜਾਂ ਨਹੀਂ ਕਰਵਾਉਣਾ ਚਾਹੁੰਦਾ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਸ ਪੌੜੀ ਨੂੰ ਅਸੀਂ ਪਿੱਛੇ ਸਮਝ ਕੇ ਆਏ ਹਾਂ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈਕਾਰ ਕਰਾਏ ਸੀ। ਹੁਣ ਸਾਹਿਬ ਹਮੇਸ਼ਾ ਦਇਆ ਦੇ ਘਰ ਦੇ ਵਿੱਚ ਰਹਿੰਦਾ ਹੈ, ਉਸ ਦੀ ਕਿਰਪਾ ਵੀ ਸਭਨਾਂ ਤੇ ਹੈ। ਪਰ ਅਗਲੀ ਗੱਲ ਹੈ ਸਾਡੀ ਕਿ ਅਸੀਂ ਜੇਕਰ ਗੁਰੂ ਦੀ ਗੱਲ ਨੂੰ ਮੰਨ ਲਵਾਂਗੇ, ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾ ਲਵਾਂਗੇ, ਜੇਕਰ ਅਸੀਂ ਇਸ ਭਾਵਨਾ ਨੂੰ ਆਪਣੇ ਅੰਦਰ ਲੈ ਕੇ ਆਵਾਂਗੇ ਕਿ ਅਸੀਂ ਬਖਸ਼ਿਸ਼ ਦੇ ਪਾਤਰ ਬਣਨਾ ਹੈ, ਗੁਰੂ ਦੀ ਕਿਰਪਾ ਆਪਣੇ ਤੇ ਕਰਵਾਉਣੀ ਹੈ, ਰੱਬ ਜੀ ਦੀ ਕਿਰਪਾ ਆਪਣੇ ਤੇ ਕਰਵਾਉਣੀ ਹੈ, ਤਾਂ ਅਸੀਂ ਬਖਸ਼ਿਸ਼ ਦੇ ਪਾਤਰ ਬਣ ਜਾਵਾਂਗੇ। ਗਲਤੀ ਤੇ ਸਾਡੀ ਹੈ, ਅਸੀਂ ਮਨ ਰੂਪੀ ਭਾਂਡੇ ਆਪਣੇ ਮੂੰਹ ਤੇ ਮਾਰੇ ਹੋਏ ਨੇ, ਪੁੱਠੇ ਕਰ ਲਏ। ਅਕਾਲ ਪੁਰਖ ਦੀ ਬਖਸ਼ਿਸ਼ ਦਾ, ਦਇਆ ਦਾ ਮੀਂਹ ਲਗਾਤਾਰ ਹੀ ਪੈ ਰਿਹਾ ਹੈ। ਇੱਥੇ ਕਸੂਰ ਸਾਡਾ ਹੈ, ਦੋਸ਼ ਰੱਬ ਜੀ ਨੂੰ ਅਸੀਂ ਨਹੀਂ ਦੇ ਸਕਦੇ। ਪਰ ਅਸੀਂ ਜਦੋਂ ਗੁਰਬਾਣੀ ਦੇ ਵਿੱਚ ਇਹ ਲਫ਼ਜ਼ ਆਉਂਦੇ ਨੇ ਨਾ, ਸਾਹਿਬ ਹੋਏ ਦਇਆਲ ਕਿਰਪਾ ਕਰੇ, ਤਾਂ ਸਾਡਾ ਸਿੱਧਾ ਧਿਆਨ ਇੱਥੇ ਜਾਂਦਾ ਹੈ ਕਿ ਸਾਡੇ ਅਜੇ ਕਿਰਪਾ ਹੋਈ ਨਹੀਂ ਹੈ। ਫਲਾਣੇ ਬੰਦੇ ਤੇ ਹੋ ਗਈ ਹੈ, ਸਾਡੇ ਗਵਾਂਢੀ ਤੇ ਹੋ ਗਈ ਹੈ, ਤੇ ਅਸੀਂ ਅਜੇ ਕਿਰਪਾ ਦੇ ਪਾਤਰ ਨਹੀਂ ਬਣੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਥੇ ਸਮਝਾਇਆ, ਪਾਤਸ਼ਾਹ ਜੀ ਕਹਿੰਦੇ, ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈਕਾਰ ਕਰਾਈ ਸੀ। ਜਦੋਂ ਮਨੁੱਖ ਆਪਾ ਸਮਰਪਿਤ ਗੁਰੂ ਨੂੰ ਕਰ ਦਿੰਦਾ ਹੈ, ਮਨ ਵਿੱਚ ਹੈ ਸਤਿਗੁਰ ਕੇ ਪਾਸ ਦੀ ਸੇਵਕ ਕੇ ਕਾਰਜ ਰਾਸ। ਜਦੋਂ ਮਨ ਗੁਰੂ ਨੂੰ ਵੇਚ ਦਿੱਤਾ, ਆਪਾ ਸਮਰਪਿਤ ਕਰ ਦਿੱਤਾ, ਤਾਂ ਮਨੁੱਖ ਦਇਆ ਦਾ ਪਾਤਰ ਬਣ ਜਾਂਦਾ ਹੈ, ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ, ਇਹ ਕਿਰਪਾ ਦਾ ਪਾਤਰ ਬਣ ਜਾਂਦਾ ਹੈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਹਨ, ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈਕਾਰ ਕਰਾਈ ਸੀ। ਜਦੋਂ ਅਕਾਲ ਪੁਰਖ ਜੀ ਦੀ ਬਖਸ਼ਿਸ਼ ਦੇ ਅਸੀਂ ਪਾਤਰ ਬਣ ਗਏ ਤਾਂ ਸਾਈਕਾਰ ਕਰਾਏ ਸੀ। ਫਿਰ ਮਨੁੱਖ ਉਹੀ ਕਾਰ ਕਰਦਾ ਹੈ ਜਿਸ ਕਾਰ ਦੇ ਕੀਤਿਆਂ ਅਸੀਂ ਅਕਾਲ ਪੁਰਖ ਨੂੰ ਪ੍ਰਵਾਨ ਹੋ ਜਾਈਏ। ਉਹੀ ਮਨੁੱਖ ਕਾਰ ਕਰਨੀ ਸ਼ੁਰੂ ਕਰ ਦਿੰਦਾ ਹੈ, ਤਾਂ ਸਾਈਕਾਰ ਕਰਾਏ ਸੀ। ਹੁਣ ਮੈਂ ਪਹਿਲਾਂ ਵੀ ਇੱਕ ਦਿਨ ਆਪ ਜੀਆਂ ਦੇ ਨਾਲ ਇਹ ਗੱਲ ਸਾਂਝੀ ਕੀਤੀ ਸੀ, ਤੇ ਆਸਾ ਕੀ ਵਾਰ ਬਾਣੀ ਦੇ ਵਿੱਚ ਜਿੱਥੇ ਇਹ ਪਾਵਨ ਸ਼ਲੋਕ ਆਇਆ ਕਿ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਪੁੱਠਾ ਜਾਏ, ਨਾਨਕ ਦੋਵੇਂ ਕੂੜੀਆਂ ਥਾਈ ਨਾ ਕਾਈ ਪਾਏ। ਕਿ ਮਨੁੱਖ ਸਲਾਮ ਵੀ ਕਰਦਾ ਹੈ ਤੇ ਜਵਾਬ ਵੀ ਨਾਲ ਦੀ ਨਾਲ ਹੀ ਦੇ ਰਿਹਾ ਹੈ। ਪਰ ਪਾਤਸ਼ਾਹ ਜੀ ਨੇ ਆਖਿਆ, ਜਾਂ ਤਾਂ ਇਹੋ ਜਿਹੀ ਸਲਾਮ ਕਰ ਕਿ ਮੁੜ ਕੇ ਜਵਾਬ ਨਾ ਦੇਵੀਂ, ਜਾਂ ਇਹੋ ਜਿਹਾ ਜਵਾਬ ਦੇ ਜਾ ਮੁੜ ਕੇ ਗੁਰੂ ਨੂੰ ਆਪਣਾ ਮੂੰਹ ਨਾ ਵਿਖਾਹੀਂ, ਇਹੋ ਜਿਹਾ ਜਵਾਬ ਦੇ ਕੇ ਜਾ। ਜੇਕਰ ਤੈਨੂੰ ਸਲਾਮ ਕਰਨੀ ਆ ਗਈ ਨਾ, ਜੇਕਰ ਤੈਨੂੰ ਆਪਾ ਸਮਰਪਿਤ ਕਰਨਾ ਆ ਗਿਆ, ਮਨ ਗੁਰੂ ਦੇ ਕੋਲ ਵੇਚ ਦਿੱਤਾ, ਤਾਂ ਪਾਤਸ਼ਾਹ ਜੀ ਕਹਿੰਦੇ ਨੇ ਅਗਲੀ ਜ਼ਿੰਮੇਵਾਰੀ ਮੇਰੀ ਹੈ।
मैं तुहाडा जीवन सचियारा बनावांगा। अगली जिम्मेवारी गुरु की है जेकर असीं आपां समर्पित कर देने हाँ। हुण गुरु नानक साहब महाराज जी ने इत्थे समझाया साहिब होए दयाल कृपा करे। साहिब ने दयाल कदों होना है, साहिब ने कृपा कदों करनी है, जदों असीं मन विच देवांगे, आपां समर्पित कर देवांगे। कृपा करे तां साईकार कराई सी। फिर रब जी साडे तो उही काम कराउंदे ने ਜਿਹੜੇ रब जी ਨੂੰ ਚੰਗੇ ਲੱਗਦੇ ਨੇ। क्योंकि बाबा कबीर साहब जी ने आखे ना, कबीर साधु को मिलने जाइए साथ न लीजै कोई पाछै पाओ ना दीजिए आज्ञा होए सो होए। जदों गुरु ने मिलन दे लई आउणा ना ਤਾਂ ਸਭ ਕੁਝ ਬਾਹਰ ਛੱਡ ਕੇ ਆਉਣਾ ਹੈ। ਇਹ ਮਨ ਰੂਪੀ ਭਾਂਡੇ ਨੂੰ ਵਿਹਲਾ ਕਰਕੇ ਆਉਣਾ। ਫਿਰ ਜਿਵੇਂ ਗੁਰੂ ਨੂੰ ਚੰਗਾ ਲੱਗਦਾ ਹੈ ਨਾ, ਗੁਰੂ ਸਾਨੂੰ ਉਸੇ ਤਰ੍ਹਾਂ ਆਪਣੇ ਅਸੂਲਾਂ ਦੇ ਮੁਤਾਬਕ ਤੋਰਨਾ ਸ਼ੁਰੂ ਕਰ ਦੇਵੇਗਾ। ਪਰ ਪਹਿਲੀ ਗੱਲ ਹੈ ਆਪਾਂ ਸਮਰਪਿਤ ਕਰਨ ਦੀ, ਆਪਣਾ ਮਨ ਵੇਚਣ ਦੀ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈਕਾਰ ਕਰਾਈ ਸੀ। ਜਿਹੜਾ ਅਸਲ ਦੇ ਵਿੱਚ ਰੱਬ ਜੀ ਦੇ ਨਾਲ, ਗੁਰੂ ਜੀ ਦੇ ਨਾਲ ਜੁੜ ਜਾਂਦਾ ਉਹ ਟੁੱਟਦਾ ਨਹੀਂ ਹੈ। ਹੁਣ ਕਈ ਬੰਦਿਆਂ ਦਾ ਕਹਿਣਾ ਹੁੰਦਾ ਹੈ ਕਿ ਅਸੀਂ ਵੀ ਜੁੜੇ ਤਾਂ ਸੀ ਪਰ ਹੁਣ ਅਸੀਂ ਟੁੱਟ ਗਏ ਹਾਂ, ਸਾਡਾ ਅੰਮ੍ਰਿਤ ਭੰਗ ਹੋ ਗਿਆ ਹੈ। ਅਸਲ ਦੇ ਵਿੱਚ, ਵਾਸਤਵ ਦੇ ਵਿੱਚ ਉਹ ਬੰਦੇ ਜੁੜੇ ਨਹੀਂ ਸਨ। ਉਹਨਾਂ ਨੇ ਬਾਹਰੀ ਤੌਰ 'ਤੇ ਭੇਖ ਧਾਰਨ ਕੀਤਾ ਸੀ। ਜਦੋਂ ਉਹਨਾਂ ਦਾ ਸ਼ੌਂਕ ਪੂਰਾ ਹੋ ਗਿਆ ਤਾਂ ਉਹਨਾਂ ਨੇ ਗਾਤਰਾ ਲਾ ਕੇ ਕਿੱਲੀ 'ਤੇ ਟੰਗ ਦਿੱਤਾ। ਮਨ ਕਰਕੇ ਅਜੇ ਗੁਰੂ ਦੇ ਨਾਲ ਜੁੜੇ ਨਹੀਂ। ਜਦੋਂ ਕਿਰਪਾ ਹੋ ਗਈ ਨਾ, ਜਦੋਂ ਕਿਰਪਾ ਦੇ ਪਾਤਰ ਬਣ ਗਏ, ਬਖਸ਼ਿਸ਼ ਦੇ ਪਾਤਰ, ਤਾਂ ਸਾਈਕਾਰ ਕਰਾਏ ਸੀ। ਫਿਰ ਬੰਦਾ ਉਹੀ ਕੰਮ ਕਰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਹਨ ਜਿਹੜੇ ਰੱਬ ਜੀ ਨੂੰ ਭਾਉਂਦੇ ਹਨ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ। ਸੋ ਸੇਵਕ, ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਥੇ ਸੇਵਕ ਦੀ ਪਰਿਭਾਸ਼ਾ ਦਿੱਤੀ ਹੈ ਕਿ ਸੇਵਕ ਕਿਹੜਾ? ਸੋ ਸੇਵਕ ਸੇਵਾ ਕਰੇ, ਜਿਹੜਾ ਸੇਵਾ ਕਰਦਾ ਹੈ। ਗੁਰ ਕੀ ਸੇਵਾ ਸ਼ਬਦ ਵਿਚਾਰ ਹਉਮੈ ਮਾਰੇ ਕਰਨੀ ਸਾਰ। ਜਿਹੜਾ ਮਨੁੱਖ ਇਹ ਸੇਵਾ ਕਰਨੀ ਸ਼ੁਰੂ ਕਰ ਦੇਵੇ, ਜਾਂ ਪਾਤਸ਼ਾਹ ਜੀ ਦੇ ਬੋਲ ਨੇ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਉਪਦੇਸ਼ ਜੋ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਪਾਤਸ਼ਾਹ ਜੀ ਕਹਿੰਦੇ ਜਿਹੜਾ ਮਨੁੱਖ ਅਕਾਲ ਪੁਰਖ ਦੀ ਦੱਸੀ ਹੋਈ ਸੇਵਾ ਕਰਨੀ ਸ਼ੁਰੂ ਕਰ ਦਿੰਦਾ, ਅਸਲ ਦੇ ਵਿੱਚ ਉਹ ਸੇਵਕ ਹੈ। ਸੇਵਕ ਦੀ ਪਰਿਭਾਸ਼ਾ ਕੀ ਹੈ? ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਫਰਮਾਇਆ ਅੰਤਰ ਵਸੈ ਨ ਬਾਹਰ ਜਾਏ, ਅੰਮ੍ਰਿਤ ਛੋੜ ਕਾਹੇ ਬਿਖ ਖਾਏ, ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ। ਮਨੁੱਖ ਜਦੋਂ ਅੰਤਰ ਆਤਮਾ ਵਿੱਚ ਟਿਕ ਜਾਂਦਾ ਹੈ, ਅੰਮ੍ਰਿਤ ਛੋੜ ਕਾਹੇ ਬਿਖ ਖਾਏ, ਜਦੋਂ ਮਨੁੱਖ ਅੰਮ੍ਰਿਤ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲੈਂਦਾ ਹੈ, ਬਾਣੀ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਕਮਾ ਲੈਂਦਾ ਹੈ, ਅੰਮ੍ਰਿਤ ਛੋੜ ਕਾਹੇ ਬਿਖ ਖਾਏ। ਜਦੋਂ ਉਹ ਬਿਖ ਨੂੰ ਛੱਡ ਕੇ ਅੰਮ੍ਰਿਤ ਭਾਵ ਬਾਣੀ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਕਮਾ ਲੈਂਦਾ, ਐਸਾ ਗਿਆਨ ਜਪੋ ਮਨ ਮੇਰੇ। ਜਦੋਂ ਇਹੋ ਜਿਹੇ ਗਿਆਨ ਨੂੰ ਇਹ ਜਪਣਾ ਸ਼ੁਰੂ ਕਰ ਦਿੰਦਾ, ਆਪਣੇ ਜੀਵਨ ਦੇ ਵਿੱਚ ਕਮਾਉਣਾ ਸ਼ੁਰੂ ਕਰ ਦਿੰਦਾ ਹੈ, ਹੋਵੋ ਚਾਕਰ ਸਾਚੇ ਕੇਰੇ, ਉਦੋਂ ਇਹ ਚਾਕਰ ਭਾਵ ਸੇਵਕ ਨੌਕਰ ਬਣ ਜਾਂਦਾ ਹੈ, ਅਕਾਲ ਪੁਰਖ ਜੀ ਦਾ, ਰੱਬ ਜੀ ਦਾ ਬਣ ਜਾਂਦਾ, ਸੱਚ ਦਾ ਸੇਵਕ ਬਣ ਜਾਂਦਾ ਹੈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਹਨ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਈ ਸੀ। ਜਿਹੜਾ ਮਨੁੱਖ ਅਕਾਲ ਪੁਰਖ ਜੀ ਦੇ ਹੁਕਮ ਨੂੰ ਖਿੜੇ ਮੱਥੇ ਮੰਨ ਲੈਂਦਾ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ, ਨਾਲ ਜਿਹੜਾ ਖਿੜੇ ਮੱਥੇ ਮੰਨਣਾ ਸ਼ੁਰੂ ਕਰ ਦੇਵੇ, ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ। ਜਦੋਂ ਮਨੁੱਖ ਅਕਾਲ ਪੁਰਖ ਜੀ ਦੀ ਰਜਾ ਦੇ ਵਿੱਚ ਤੁਰਨਾ ਸ਼ੁਰੂ ਕਰ ਦੇਵੇ, ਉਪਦੇਸ਼ ਨੂੰ ਖਿੜੇ ਮੱਥੇ ਮੰਨ ਲਵੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਉਹ ਸੇਵਕ ਹੈ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਰਮਾਇਆ ਹੁਕਮ ਮੰਨਿਆ, ਜਿਹੜਾ ਹੁਕਮ ਨੂੰ ਮੰਨਦਾ ਹੈ ਨਾ ਹੋਵੇ ਪ੍ਰਵਾਨ, ਉਹੀ ਪ੍ਰਵਾਨ ਹੁੰਦਾ ਹੈ। ਤਾਂ ਖਸਮੇ ਕਾ ਮਹਿਲ ਪਾਏ ਸੀ, ਉਸ ਨੂੰ ਹੀ ਖਸਮ ਦਾ ਮਹਿਲ ਪ੍ਰਾਪਤ ਹੁੰਦਾ ਹੈ। ਹੁਣ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਤਾਂ ਭਾਈ ਲਹਿਣਾ ਜੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਰਨ ਦੇ ਵਿੱਚ ਆਏ ਨੇ ਤਾਂ ਤਕਰੀਬਨ 8 ਸਾਲ ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਰਹਿ ਕੇ ਸੇਵਾ ਕੀਤੀ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਪਦੇਸ਼ ਨੂੰ ਖਿੜੇ ਮੱਥੇ ਮੰਨਿਆ ਹੈ, ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਸਨ, ਭਾਈ ਲਹਿਣਾ ਜੀ ਕਰਦੇ ਸਨ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ,
ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਹੁਕਮ ਨੂੰ ਮੰਨਿਆ ਤੇ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਹੋਰ ਨਿਬੜੇ। ਪਰ ਉੱਥੇ ਸ਼੍ਰੀ ਚੰਦ ਵੀ ਸੀ ਤੇ ਲਖਮੀ ਚੰਦ ਵੀ ਸੀ। ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਹੁਕਮ ਨੂੰ ਨਹੀਂ ਮੰਨਿਆ, ਹੁਕਮ ਤੋਂ ਮੁਨਕਰ ਹੋਏ ਤੇ ਉਹਨਾਂ ਦਾ ਜੀਵਨ ਸਚਿਆਰਾ ਨਹੀਂ ਬਣਿਆ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਨਜ਼ਰਾਂ ਦੇ ਵਿੱਚ ਪ੍ਰਵਾਨ ਨਹੀਂ ਹੋਏ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਕਿਹਦੇ ਹੁਕਮ ਮੰਨਿਆ ਹੋਇਆ, ਪ੍ਰਵਾਨ ਜਿਹੜਾ ਹੁਕਮ ਨੂੰ ਮੰਨ ਲੈਂਦਾ ਉਹ ਤਾਂ ਪ੍ਰਵਾਨ ਹੋ ਜਾਂਦਾ, ਉਹ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਪਰ ਜਿਹੜੇ ਨਹੀਂ ਮੰਨਦੇ ਉਹ ਪ੍ਰਵਾਨ ਨਹੀਂ ਹੁੰਦੇ। ਪਰ ਅੱਜ ਸਾਡਾ ਜ਼ੋਰ ਕਿੱਥੇ ਲੱਗਾ ਹੋਇਆ? ਆ ਸਾਡਾ ਜ਼ੋਰ ਹੁਕਮ ਨੂੰ ਮੰਨਣ ਤੇ ਨਹੀਂ, ਹੁਕਮ ਮਨਾਉਣ ਤੇ ਲੱਗਾ ਹੋਇਆ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਆ ਕੇ ਗੁਰੂ ਜੀ ਦੀ ਡਿਊਟੀਆਂ ਲਾਉਣੀਆਂ, ਸਾਡਾ ਆ ਵੀ ਕੰਮ ਕਰਦੇ ਆ ਜੀ, ਸਾਡਾ ਆ ਵੀ ਕੰਮ ਕਰਦੇ ਆ। ਜਦੋਂ ਆਹ ਕੰਮ ਹੋ ਗਿਆ ਅਸੀਂ ਆਹ ਪਾਠ ਕਰਾ ਦਿਆਂਗੇ, ਅਸੀਂ ਫਲਾਣਾ ਕੰਮ ਕਰ ਦਿਆਂਗੇ, ਅਸੀਂ ਉਹ ਚੀਜ਼ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਇਹ ਚੀਜ਼ਾਂ ਅੱਜ ਸਾਡੇ ਗੁਰਦੁਆਰਿਆਂ ਦੇ ਵਿੱਚ ਵੀ ਚੱਲਦੀਆਂ ਨੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਿਹਦੇ ਹੁਕਮ ਮੰਨੇ ਆ? ਜਦੋਂ ਹੁਕਮ ਨੂੰ ਮੰਨ ਲਵੇਗਾ ਤਾਂ ਪ੍ਰਵਾਨ ਹੋਣਾ। ਪਰ ਸਾਡਾ ਜ਼ੋਰ ਹੁਕਮ ਮਨਾਉਣ ਤੇ ਲੱਗਾ ਵੀ ਗੁਰੂ ਨੂੰ ਲੱਗਾ ਹੋਇਆ ਹੈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ। ਜਿਹੜਾ ਮਨੁੱਖ ਹੁਕਮ ਨੂੰ ਮੰਨ ਲੈਂਦਾ ਹੈ ਉਹ ਪ੍ਰਵਾਨ ਹੋ ਜਾਂਦਾ ਹੈ। ਤਾਂ ਖਸਮੇ ਕਾ ਮਹਿਲ ਪਾਸੀ। ਖਸਮ ਕੌਣ ਹੈ? ਸੱਚ ਸਭਨਾ ਕਾ ਖਸਮ ਹੈ। ਤਾਂ ਪਾਤਸ਼ਾਹ ਜੀ ਕਹਿੰਦਾ ਖਸਮੇ ਕਾ ਮਹਿਲ ਪਾਸੀ। ਖਸਮ ਦਾ ਮਹਿਲ ਕਿਹੜਾ ਹੈ? ਉਹ ਕੋਈ ਉੱਤੇ ਨਹੀਂ ਹੈ, ਕੋਈ ਮਰਨ ਤੋਂ ਬਾਅਦ ਜਾਂ ਜਨਮ ਤੋਂ ਪਹਿਲਾਂ ਨਹੀਂ ਹੈ ਉਹ ਮਹਿਲ। ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਫਰਮਾਇਆ ਸੱਚਖੰਡ ਵਸੈ ਨਿਰੰਕਾਰ। ਸੱਚਖੰਡ ਇੱਕ ਅਵਸਥਾ ਹੈ ਜਿੱਥੇ ਗੁਰੂ ਦੀ ਵਿਚਾਰ ਹੈ, ਉਸ ਨੂੰ ਮਹਿਲ ਆਖਿਆ ਗਿਆ ਹੈ। ਗੁਰਬਾਣੀ ਦੇ ਵਿੱਚ ਬਾਬਾ ਕਬੀਰ ਸਾਹਿਬ ਜੀ ਨੇ ਮਹਿਲ ਨੂੰ ਸਿੰਘਾਸਨ ਦਾ ਨਾਮ ਹੀ ਦਿੱਤਾ ਹੈ। ਅਬ ਤੂੰ ਜਾਏ ਚੜ੍ਹੈ ਸਿੰਘਾਸਨ ਮਿਲੈ ਹੈ ਸਾਰੰਗ ਪਾਨੀ। ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਜਿਸ ਨੂੰ ਬੇਗਮਪੁਰਾ ਵੀ ਆਖਿਆ ਹੈ। ਪਾਤਸ਼ਾਹ ਜੀ ਕਹਿੰਦੇ ਜਿਹੜਾ ਹੁਕਮ ਨੂੰ ਮੰਨ ਲੈਂਦਾ ਹੈ ਉਹ ਪ੍ਰਵਾਨ ਹੋ ਜਾਂਦਾ ਹੈ। ਤਾਂ ਖਸਮੇ ਕਾ ਮਹਿਲ ਪਾਏ ਸੀ, ਉਸ ਨੂੰ ਇਸ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ ਬੇਗਮਪੁਰਾ ਦੀ। ਉਸ ਨੂੰ ਸਿੰਘਾਸਨ ਹੈ ਜਿਹੜਾ ਜਿੱਥੇ ਜਾ ਕੇ ਅਸੀਂ ਅਕਾਲ ਪੁਰਖ ਦੇ ਨਾਲ ਇੱਕਮਿਕ ਹੋਣਾ, ਉਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਉਹ ਸੱਚਖੰਡ ਦਾ ਵਾਸੀ ਬਣ ਜਾਂਦਾ, ਜਿਉਂਦੇ ਜੀ ਮਰਨ ਤੋਂ ਬਾਅਦ ਨਹੀਂ ਹੈ। ਸੱਚਖੰਡ ਇੱਕ ਅਵਸਥਾ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ। ਜਿਹੜਾ ਹੁਕਮ ਨੂੰ ਮੰਨਦਾ ਉਹ ਪ੍ਰਵਾਨ ਹੋ ਜਾਂਦਾ। ਇੱਕ ਛੋਟੀ ਜਿਹੀ ਉਦਾਹਰਨ ਦੱਸਾਂ ਆਪ ਜੀਆਂ ਦੇ ਨਾਲ ਸਾਂਝੀ ਕਰਾਂ। ਜਿਸ ਤਰ੍ਹਾਂ ਕਿਸੇ ਕੰਟਰੀ ਦੇ ਵਿੱਚ ਸਿਟੀਜ਼ਨ ਬਣਨ ਦੇ ਲਈ ਉਸ ਕੰਟਰੀ ਦੇ ਹੁਕਮਾਂ ਦਾ ਪਾਲਣ ਕਰਨਾ ਪੈਂਦਾ ਹੈ ਜੇਕਰ ਸਿਟੀਜ਼ਨ ਬਣਨਾ ਹੈ ਤਾਂ। ਜੇਕਰ ਅਸੀਂ PR ਲੈਣੀ ਹੈ ਤਾਂ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ ਕਿ ਅਕਾਲ ਪੁਰਖ ਜੀ ਦਾ ਵੀ ਇੱਕ ਛੋਟਾ ਜਿਹਾ ਦੇਸ਼ ਹੈ। ਅਸੀਂ ਵੀ ਜੇਕਰ ਇਸ ਦੇਸ਼ ਦੇ ਸਿਟੀਜ਼ਨ ਬਣਨਾ ਹੈ ਤਾਂ ਹੁਕਮ ਨੂੰ ਮੰਨਣਾ ਪਵੇਗਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੋਲੇ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਨੀ ਕੋ ਠਾਕੁਰ। ਦੇਸ਼ ਤੇਰਾ ਸੋਹਣਾ ਜਿਹਾ ਇੱਕ ਦੇਸ਼ ਹੈ। ਜੇਕਰ ਅਸੀਂ ਵੀ ਉਸ ਦੇਸ਼ ਦੇ ਨਾਗਰਿਕ ਬਣਨਾ ਹੈ, ਸਿਟੀਜ਼ਨ ਬਣਨਾ ਹੈ ਤਾਂ ਸਾਨੂੰ ਅਕਾਲ ਪੁਰਖ ਜੀ ਦੇ ਹੁਕਮ ਨੂੰ ਮੰਨਣਾ ਪਵੇਗਾ। ਹੁਕਮ ਮੰਨਿਆ ਹੋਵੇ ਪ੍ਰਵਾਨ। ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੈ ਭਾਵੈ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਈ ਸੀ। ਜਦੋਂ ਮਨੁੱਖ ਰੱਬ ਜੀ ਨੂੰ ਭਾਉਂਦੇ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ, ਕਾਰ ਕਰਨੇ ਸ਼ੁਰੂ ਕਰ ਦਿੰਦਾ ਹੈ, ਮਨੋਂ ਚਿੰਦਿਆ ਸੋ ਫਲ ਪਾਈ ਸੀ। ਫਿਰ ਉਸ ਨੂੰ ਮਨ ਚਿੰਦੇ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਹੁਣ ਕਈ ਵਾਰ ਬੰਦੇ ਦੀਆਂ ਇੱਛਾਵਾਂ ਵੀ ਮੰਗਾਂ ਵੀ ਬਹੁਤ ਭੈੜੀਆਂ ਵੀ ਹੁੰਦੀਆਂ ਨੇ। ਹੁਣ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਨਹੀਂ ਆਖਿਆ ਕਿ ਜੇਕਰ ਇੱਕ ਸੱਸ ਆ ਕੇ ਇੱਥੇ ਅਰਦਾਸ ਕਰੇ ਕਿ ਨੂੰਹ ਤੋਂ ਬੜੀ ਤੰਗ ਆ ਨੂੰਹ ਨੂੰ ਚੱਕ ਲੈ, ਜਾਂ ਨੂੰਹ ਆ ਕੇ ਅਰਦਾਸ ਕਰੇ ਕਿ ਮੈਂ ਸੱਸ ਤੋਂ ਤੰਗ ਆ ਸੱਸ ਨੂੰ ਚੱਕ ਲੈ। ਇੱਕ ਵਿਦਿਆਰਥੀ ਆ ਕੇ ਕਰੇ ਕਿ ਇੰਗਲਿਸ਼ ਵਾਲੀ ਟੀਚਰ ਹੈ ਜਿਹੜੀ ਉਹ ਬੜਾ ਤੰਗ ਕਰਦੀ ਹੈ, ਇਸ ਦਾ ਕੰਮ ਨਿਬੇੜ ਹੈ। ਇਹੋ ਜਿਹੀਆਂ ਅਰਦਾਸਾਂ ਨਹੀਂ ਇੱਥੇ ਪੂਰੀਆਂ ਹੁੰਦੀਆਂ। ਹੁਣ ਬਾਣੀ ਦੇ ਵਿੱਚੋਂ ਜਿੱਥੇ ਅਸੀਂ ਇਹ ਵੀ ਪਾਵਨ ਬੋਲ ਪੜ੍ਹਦੇ ਹਾਂ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਇਹ ਅਰਦਾਸਾਂ ਪੂਰੀਆਂ ਹੁੰਦੀਆਂ ਤਾਂ ਨਹੀਂ, ਪਰ ਜੇਕਰ ਅਸੀਂ ਜਨ ਬਣ ਕੇ ਅਰਦਾਸ ਕਰਾਂਗੇ ਤਾਂ। ਹੁਣ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਆਖਿਆ ਹੈ ਬੇਅਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਹੁਣ ਪਹਿਲਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਜਨ ਕੌਣ ਹੈ। ਜਨ ਉਹ ਹੈ ਜਿਹੜਾ ਗੁਰੂ ਦੇ ਅਨੁਸਾਰੀ ਹੋ ਕੇ ਤੁਰਦਾ ਹੈ, ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਂਦਾ। ਜਦੋਂ ਜਨ ਬਣ ਗਿਆ, ਜੋ ਸੰਤੋਖ ਜੀਵਨ ਦੇ ਵਿੱਚ ਆ ਗਿਆ, ਫਿਰ ਉੱਥੇ ਇੱਛਾ ਪੂਰੀ ਰਹਿ ਨਹੀਂ ਜਾਂਦੀ। ਹੁਣ ਜੇਕਰ ਅਸੀਂ ਸਮਾਜਿਕ ਤੌਰ ਤੇ ਗੱਲ ਕਰੀਏ, ਸਮਾਜ ਦੀ ਗੱਲ ਕਰੀਏ, ਜੇਕਰ ਅਸੀਂ ਮੰਗਾਂ ਦੀ ਗੱਲ ਕਰਦੇ ਹਾਂ ਤਾਂ ਕਿਸੇ ਬੰਦੇ ਦੀ ਮੰਗ ਕੁਝ ਹੋਰ ਹੈ, ਕਿਸੇ ਦੀ ਹੋਰ ਹੈ।
ਜੇਕਰ ਸਾਰਿਆਂ ਦੇ ਮੰਨਣੀਆਂ ਸ਼ੁਰੂ ਕਰ ਦੇਵੇ ਤਾਂ ਦੇਖੋ ਸੰਸਾਰ ਦੇ ਹਾਲਾਤ ਕੀ ਬਣ ਜਾਣਗੇ, ਸਮਾਜ ਦੇ ਹਾਲਾਤ ਕੀ ਬਣਨਗੇ। ਹੁਣ ਇੱਕ ਡਾਕਟਰ ਹੈ ਜਿਹੜਾ ਉਹ ਘਰੋਂ ਇਹ ਅਰਦਾਸ ਕਰਕੇ ਤੁਰਦਾ ਹੈ, ਆਸ ਲਾ ਕੇ ਤੁਰਦਾ ਹੈ ਕਿ ਮੇਰੇ ਕੋਲ ਵੱਧ ਤੋਂ ਵੱਧ ਮਰੀਜ਼ ਆਉਣ, ਤੇ ਅਸੀਂ ਆਪਣੇ ਦੇਹ ਰੋਗਤਾ ਦੀ ਅਰਦਾਸਾਂ ਕਰਦੇ ਹਾਂ ਕਿ ਸਾਨੂੰ ਕੋਈ ਰੋਗ ਨਾ ਲੱਗੇ। ਹੁਣ ਜੇਕਰ ਸਾਡੀ ਅਰਦਾਸ ਪੂਰੀ ਹੋ ਜਾਏ ਡਾਕਟਰ ਭੁੱਖਾ ਮਰੇਗਾ, ਤੇ ਜੇ ਇੱਕ ਡਾਕਟਰ ਦੀ ਅਰਦਾਸ ਪੂਰੀ ਹੋ ਜਾਵੇ ਤਾਂ ਵੇਖੋ ਸਮਾਜ ਦੇ ਹਾਲਾਤ ਕੀ ਬਣ ਜਾਣਗੇ। ਇੱਕ ਮਕੈਨਿਕ ਹੈ ਜਿਹੜਾ ਉਹ ਸਵੇਰੇ ਦੁਕਾਨ ਦੇ ਵਿੱਚ ਜਾ ਕੇ ਆਪਣੇ ਔਜ਼ਾਰ ਨੇ ਜਿਹੜੇ ਉਹਨਾਂ ਨੂੰ ਸਾਫ਼ ਕਰਦਾ ਹੈ, ਦੁਕਾਨ ਦੇ ਵਿੱਚ ਝਾੜੂ ਪੋਚਾ ਕਰਦਾ ਹੈ ਕਿ ਮੇਰੇ ਕੋਲ ਗਾਹਕ ਆਉਣਗੇ। ਤੇ ਅਸੀਂ ਘਰ ਦੇ ਵਿੱਚੋਂ ਅਰਦਾਸ ਇਹ ਕਰਕੇ ਤੁਰ ਜਾ, ਗੱਡੀ ਲੈ ਕੇ ਕੋਈ ਸਾਧਨ ਲੈ ਕੇ ਤੁਰਦੇ ਹਾਂ ਕਿ ਸਾਡਾ ਸਾਧਨ ਕਿਤੇ ਰਸਤੇ ਦੇ ਵਿੱਚ ਖਰਾਬ ਨਾ ਹੋ ਜਾਵੇ। ਹੁਣ ਕਿਸੇ ਦੀ ਮੰਗ ਕੁਝ ਹੋਰ ਹੈ ਤੇ ਕਿਸੇ ਦੀ ਹੋਰ ਹੈ। ਇਹੋ ਜਿਹੀ ਮੰਗਾਂ ਦੀ ਗੱਲ ਪਾਤਸ਼ਾਹ ਜੀ ਨਹੀਂ ਕੀਤੀ। ਮਨੋਂ ਚਿੰਦਿਆ ਸੋ ਫਲ ਪਾਏ ਸੀ, ਮਨੋਂ ਚਿੰਦਿਆ ਸੋ ਫਲ ਪਾਏ ਸੀ। ਪਹਿਲੀ ਗੱਲ ਪਾਤਸ਼ਾਹ ਜੀ ਨੇ ਕੀਤੀ ਹੈ ਖਸਮੈ ਭਾਵੈ ਸੋ ਕਰੇ। ਜਦੋਂ ਖਸਮ ਨੂੰ ਭਾਉਂਦੇ ਕੰਮ ਕਰਨੇ ਬੰਦਾ ਸ਼ੁਰੂ ਕਰ ਦਿੰਦਾ ਹੈ ਨਾ, ਤਾਂ ਮੰਗਾਂ ਫਿਰ ਛੋਟੀਆਂ ਛੋਟੀਆਂ ਨਹੀਂ ਰਹਿ ਜਾਂਦੀਆਂ। ਇਹੋ ਜਿਹੀਆਂ ਉਹਨਾਂ ਮੰਗਾਂ ਦੇ ਵਿੱਚ ਸਵਾਰਥ ਨਹੀਂ ਰਹਿ ਜਾਂਦਾ। ਉਹ ਮੰਗ ਕਿਹੜੀ ਹੁੰਦੀ ਹੈ? ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦ ਬਹਾਲੇ ਪਾਸ। ਉੱਥੇ ਅਰਦਾਸ ਹੁੰਦੀ ਹੈ ਮੰਗਣਾ ਮੰਗ ਨੀਕਾ ਹਾਰ ਜਾ ਸੁਰ ਤੇ ਮੰਗਣਾ। ਉੱਥੇ ਇਹ ਮੰਗ ਹੁੰਦੀ ਹੈ ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰ ਮੰਗਣਾ। ਉੱਥੇ ਅਰਦਾਸ ਇਹੀ ਹੁੰਦੀ ਹੈ ਕਿ ਮੈਨੂੰ ਅਕਾਲ ਪੁਰਖ ਜੀ ਦੇ ਉਪਦੇਸ਼ ਦੀ ਪ੍ਰਾਪਤੀ ਹੋ ਜਾਵੇ, ਮੈਨੂੰ ਨਾਮ ਦੀ ਪ੍ਰਾਪਤੀ ਹੋ ਜਾਵੇ। ਉੱਥੇ ਮੰਗਾਂ ਇਹ ਨਹੀਂ ਰਹਿ ਜਾਂਦੇ ਕਿ ਸਾਨੂੰ ਗੱਡੀ ਮਿਲ ਜਾਵੇ, ਸਾਨੂੰ ਕਾਰ ਮਿਲ ਜਾਵੇ, ਸਾਡੀ ਕੋਠੀ ਪੈ ਜਾਵੇ। ਇਹ ਤਾਂ ਅਸੀਂ ਮਿਹਨਤ ਕਰਕੇ ਬਣਾ ਸਕਦੇ ਹਾਂ, ਪਰ ਜਦੋਂ ਅਸੀਂ ਆਪਾ ਸਮਰਪਿਤ ਕਰਾਂਗੇ, ਰੱਬ ਜੀ ਨੂੰ ਭਾਉਂਦੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਤਾਂ ਮਨੋਂ ਚਿੰਦਿਆ ਸੋ ਫਲ ਪਾਏ ਸੀ। ਤਾਂ ਉੱਥੇ ਮਨ ਚਿੰਦਾ ਫਲ ਇਹ ਹੈ ਕਿ ਨਾਮ ਦੀ ਪ੍ਰਾਪਤੀ ਹੋ ਜਾਵੇ, ਚੰਗੇ ਫਲ ਦੀ ਪ੍ਰਾਪਤੀ ਹੋ ਜਾਵੇ, ਸਾਨੂੰ ਸੱਚ ਦੀ ਪ੍ਰਾਪਤੀ ਹੋ ਜਾਵੇ, ਸੱਚ ਸਾਡੇ ਜੀਵਨ ਦੇ ਅੰਦਰ ਵਰਤਣਾ ਸ਼ੁਰੂ ਹੋ ਜਾਵੇ। ਅਕਾਲ ਪੁਰਖ ਜੀ ਦੀ ਬਖਸ਼ੀ ਦੇ ਅਸੀਂ ਪਾਤਰ ਬਣ ਜਾਈਏ, ਕਿਰਪਾ ਦੇ ਪਾਤਰ ਬਣ ਜਾਈਏ, ਦਇਆ ਦੇ ਪਾਤਰ ਬਣ ਜਾਈਏ। ਇਹ ਅਰਦਾਸ ਫਿਰ ਉੱਥੇ ਹੁੰਦੀ ਹੈ ਤਾਂ ਦਰਗਾਹ ਪਹਿੰਦਾ ਜਾਏ ਸੀ। ਜਦੋਂ ਅਕਾਲ ਪੁਰਖ ਜੀ ਨੂੰ ਭਾਉਂਦੇ ਬੰਦਾ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ ਤਾਂ ਦਰਗਾਹ ਜਿਹੜੀ ਸਾਡੇ ਅੰਦਰ ਹੈ ਉੱਥੋਂ ਸਾਨੂੰ ਇੱਜ਼ਤ ਮਾਣ ਸਤਿਕਾਰ ਪ੍ਰਾਪਤ ਹੁੰਦਾ ਹੈ। ਸੌਖੇ ਲਫ਼ਜ਼ਾਂ ਦੇ ਵਿੱਚ ਕਹਿ ਲਈਏ ਜੀਵਨ ਦੇ ਵਿੱਚੋਂ ਸਾਨੂੰ ਚੜ੍ਹਦੀ ਕਲਾ ਨਜ਼ਰ ਆਉਂਦੀ ਹੈ, ਜੀਵਨ ਚੜ੍ਹਦੀ ਕਲਾ ਵਾਲਾ ਬਣ ਜਾਂਦਾ ਹੈ। ਹੁਣ ਸਾਡੇ 'ਤੇ ਡਿਪੈਂਡ ਕਰਦਾ ਅਸੀਂ ਜੀਵਨ ਢਹਿੰਦੀ ਕਲਾ ਵਾਲਾ ਬਣਾਉਣਾ ਹੈ ਜਾਂ ਚੜ੍ਹਦੀ ਕਲਾ ਵਾਲਾ ਬਣਾਉਣਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈਕਾਰ ਕਰਾਏ ਸੀ। ਆਪਾਂ ਸਮਰਪਿਤ ਕਰ ਦੇਵਾਂਗੇ, ਮਨ ਗੁਰੂ ਨੂੰ ਵੇਚ ਦੇਵਾਂਗੇ ਤਾਂ ਸਾਈਕਾਰ ਕਰਾਏ ਸੀ। ਤਾਂ ਅਗਲੀ ਜ਼ਿੰਮੇਵਾਰੀ ਗੁਰੂ ਦੀ ਹੈ। ਗੁਰੂ ਨੇ ਆਪਣੇ ਅਸੂਲਾਂ ਦੇ ਮੁਤਾਬਕ ਸਾਨੂੰ ਚਲਾਉਣਾ ਸ਼ੁਰੂ ਕਰ ਦੇਣਾ ਹੈ। ਸੋ ਸੇਵਕ ਸੇਵਾ ਕਰੇ। ਸੇਵਕ ਕਿਹੜਾ? ਜਿਹੜੇ ਰੱਬ ਜੀ ਦੱਸੀ ਹੋਈ ਸੇਵਾ ਕਰਦਾ ਹੈ ਤੇ ਉਪਦੇਸ਼ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਹੈ। ਹੁਕਮ ਮੰਨਿਆ, ਹੁਕਮ ਨੂੰ ਮੰਨਿਆ ਹੀ ਅਕਾਲ ਪੁਰਖ ਜੀ ਦੀ ਦਰਗਾਹ ਦੇ ਵਿੱਚ ਮਨੁੱਖ ਪ੍ਰਵਾਨ ਹੁੰਦਾ ਤਾਂ ਖਸਮੈ ਕਾ ਮਹਿਲ ਪਾਈ ਸੀ। ਤਾਂ ਹੀ ਬੇਗਮਪੁਰਾ ਸ਼ਹਿਰ ਦੀ ਪ੍ਰਾਪਤੀ ਹੁੰਦੀ ਹੈ। ਸੱਚਖੰਡ ਦੇ ਅਸੀਂ ਵਾਸੀ ਬਣਦੇ ਹਾਂ। ਖਸਮੈ ਭਾਵੈ ਸੋ ਕਰੇ। ਖਸਮ ਨੂੰ ਭਾਉਂਦੇ ਜਦੋਂ ਬੰਦਾ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ ਤਾਂ ਮਨੋਂ ਚਿੰਦਿਆ ਸੋ ਫਲ ਪਾਏ ਸੀ। ਤਾਂ ਮਨ ਚਿੰਦੇ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਉੱਥੇ ਮੰਗ ਨਾਮ ਦੀ ਹੁੰਦੀ ਹੈ ਕਿ ਮੈਨੂੰ ਨਾਮ ਦੀ ਪ੍ਰਾਪਤੀ ਹੋ ਜਾਵੇ, ਉਪਦੇਸ਼ ਦੀ ਪ੍ਰਾਪਤੀ ਹੋ ਜਾਵੇ। ਜਦੋਂ ਮੰਗ ਇਹ ਹੋਵੇਗੀ ਤਾਂ ਪਾਤਸ਼ਾਹ ਜੀ ਕਹਿੰਦੇ ਤਾਂ ਦਰਗਾਹ ਪਹਿੰਦਾ ਜਾਏ ਸੀ। ਤਾਂ ਤੈਨੂੰ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਇੱਜ਼ਤ ਮਾਨ ਸਤਿਕਾਰ ਵਡਿਆਈ ਪ੍ਰਾਪਤ ਹੋਵੇਗੀ। ਇਹ ਉਪਦੇਸ਼ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਪੌੜੀ ਦੇ ਰਾਹੀਂ ਸਾਨੂੰ ਦੇਣਾ ਕੀਤਾ ਹੈ।